ਵੀ ਇਹ ਘੰਟਿਆਂ ਵਧੀ ਉੱਥੇ ਰਹਿ ਸਕਦਾ ਹੈ, ਚਾਹੇ ਸਕਰੀਨ ਹੋਵੇ ਚਾਹੇ ਉਹ ਪੈਡ ਹੋਵੇ। ਇਸ ਕਰਕੇ ਆਪਾਂ ਨੂੰ ਇਸ ਬਾਰੇ ਕੌਨਸ਼ੀਅਸ ਰਹਿਣਾ ਪਏਗਾ ਕਿ ਇਹ ਇੱਕ ਵਾਰੀ ਕਿਸੇ ਵੀ ਕਰੋਨਾ ਪੋਜ਼ੀਟਿਵ ਨੇ ਸਕਰੀਨ ਟੱਚ ਕੀਤੀ ਜਾਂ ਕੀਪੈਡ ਟੱਚ ਕੀਤਾ, ਉਹ ਘੰਟਿਆਂ ਵਧੀ ਵਾਇਰਸ ਜਿਹੜੀ ਹੈਗੀ ਆ ਉੱਥੇ ਰਹਿ ਸਕਦੀ ਹੈ। ਸੋ ਉਸ ਨੂੰ ਜਿਹੜਾ ਹੈਗਾ 2-3 ਘੰਟੇ ਬਾਅਦ ਤਾਂ ਜ਼ਰੂਰੀ ਹੈ ਕਿ ਉਸ ਨੂੰ ਸੈਨੀਟਾਈਜ਼ ਕੀਤਾ ਜਾਵੇ, ਜਿਹੜੀ ਸਕਰੀਨ ਹੈ ਜਾਂ ਜਿਹੜੀ ਕੀਪੈਡ ਹੈ ਆਪਣੀ ਜਿਹੜੀ ਹੈਗੀ ਹੈ। प्रशासन भी इस प्रति अवेयर नहीं हैगा और बैंकों भी चाहिए कि उत्थे अपना कोई अगे मुलाजम खड़ा करके प्रॉपर ਜਿਹੜੇ ਉੱਥੇ ਗਾਹਕ ਆਉਂਦੇ ਨੇ ਉਹਦੇ ਹੱਥ ਸੈਨੀਟਾਈਜ਼ ਕਰਾ ਕੇ ਉਹਨਾਂ ਨੂੰ ਅੰਦਰ ਭੇਜਿਆ ਜਾਵੇ। फैल सकती है बीमारी भी आप टच करते एटीएम नंबर कोई उरे सैनीटाइजर नहीं है, कोई बंदा नहीं खड़ा, उरे सिक्योरिटी गार्ड नहीं है कोई। ਵਿਸ਼ਵ ਭਰ ਵਿੱਚ ਫੈਲੀ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਭਾਰਤ ਵਿੱਚ ਵੀ ਲਗਾਤਾਰ ਮਾਮਲੇ ਵੱਧ ਰਹੇ ਨੇ। ਮਾਹਰਾਂ ਅਨੁਸਾਰ ਕਰੋਨਾ ਵਾਇਰਸ ਦੀ ਬਿਮਾਰੀ ਦਾ ਫੈਲਾਅ ਕਰੋਨਾ ਪੀੜਤ ਮਰੀਜ਼ ਦੇ ਸੰਪਰਕ ਵਿੱਚ ਆਉਣ ਜਾਂ ਉਸ ਵੱਲੋਂ ਸਪਰਸ਼ ਕੀਤੇ ਸਮਾਨ ਨੂੰ ਛੂਹਣ ਦੇ ਨਾਲ ਫੈਲਦਾ ਹੈ। ਅਜਿਹੇ ਵਿੱਚ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਜਨਤਾ ਨੂੰ ਕਰੋਨਾ ਤੋਂ ਬਚਾਉਣ ਲਈ ਸਮਾਜਿਕ ਦੂਰੀ ਰੱਖਣ ਅਤੇ ਵਾਰ-ਵਾਰ ਹੱਥਾਂ ਨੂੰ ਸੈਨੀਟਾਈਜ਼ ਕਰਨ ਦੀਆਂ ਹਦਾਇਤਾਂ ਤਾਂ ਕੀਤੀਆਂ ਜਾ ਰਹੀਆਂ ਨੇ, ਪਰ ਬਿਨਾਂ ਸੁਰੱਖਿਆ ਸਾਧਨਾਂ ਦੇ ਲਗਾਤਾਰ ਕਰੋਨਾ ਫੈਲਾ ਰਹੀਆਂ ਏਟੀਐਮ ਮਸ਼ੀਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ, ਜੋ ਕਿ ਕਰੋਨਾ ਫੈਲਾਉਣ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ। ਇਸ ਨੂੰ ਲੈ ਕੇ ਸਰੂਪਨਗਰ ਤੋਂ ਸਾਡੇ ਪੱਤਰਕਾਰ ਸੱਜਣ ਸਿੰਘ ਸੈਣੀ ਦੇ ਵੱਲੋਂ ਜਨਤਾ ਨੂੰ ਜਾਗਰੂਕ ਕਰਨ ਦੀ ਵਿਸ਼ੇਸ਼ ਕਵਰੇਜ ਕੀਤੀ ਗਈ ਹੈ। ਦੇਖੋ ਰੂਪਨਗਰ ਤੋਂ ਇਹ ਵਿਸ਼ੇਸ਼ ਰਿਪੋਰਟ, ਕਰੋਨਾ ਬਣ ਰਹੇ ਏਟੀਐਮ। ਜ਼ਿਕਰੇ ਖਾਸ ਹੈ ਕਿ ਬਿਨਾਂ ਸੁਰੱਖਿਆ ਸਾਧਨਾਂ ਦੇ ਲਗਾਤਾਰ ਕਰੋਨਾ ਫੈਲਾ ਰਹੀਆਂ ਏਟੀਐਮ ਮਸ਼ੀਨਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ, ਜੋ ਕਿ ਕਰੋਨਾ ਫੈਲਾਉਣ ਦਾ ਸਭ ਤੋਂ ਵੱਡਾ ਕਾਰਨ ਬਣ ਰਿਹਾ ਹੈ। ਵੱਖ-ਵੱਖ ਬੈਂਕਾਂ ਦੀਆਂ ਕੰਮ ਕਰਨ ਵਾਲੀਆਂ ਏਟੀਐਮ ਮਸ਼ੀਨਾਂ ਤੇ ਆਉਣ ਵਾਲੇ ਖਾਤਾ ਧਾਰਕਾਂ ਨੂੰ ਕਰੋਨਾ ਤੋਂ ਬਚਾਉਣ ਲਈ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਨਾ ਤਾਂ ਹੱਥ ਸਾਫ਼ ਕਰਨ ਦੇ ਲਈ ਸੈਨੀਟਾਈਜ਼ਰ ਉਪਲਬਧ ਕਰਵਾਇਆ ਜਾ ਰਿਹਾ ਹੈ ਤੇ ਨਾ ਹੀ ਏਟੀਐਮ ਮਸ਼ੀਨਾਂ ਨੂੰ ਸੈਨੀਟਾਈਜ਼ ਕਰਨ ਦੇ ਲਈ ਮੌਕੇ ਤੇ ਕੋਈ ਵਿਅਕਤੀ ਉੱਥੇ ਮੌਜੂਦ ਹੈ। मैम तुसी एटीएम यूज़ किया जेड़ा अंदर कोई प्रिकॉशन रखा हुआ अंदर कोई सैनिटाइजर वगैरह कोई सफाई वास्ते? नहीं सर, कुछ नहीं। नहीं सर। ਤੇ ਤੁਹਾਨੂੰ ਕੀ ਲੱਗਦਾ ਤੁਸੀਂ ਟੱਚ ਕੀਤਾ ਸਕਰੀਨ ਤੇ ਕਿੰਨੇ ਲੋਕ ਟੱਚ ਕਰਦੇ, ਕੀ ਲੱਗਦਾ ਇਹਦੇ ਨਾਲ ਫੈਲ ਸਕਦਾ ਹੈ ਕਿ ਕਰੋਨਾ ਵਾਇਰਸ? हाँ जी, हाँ जी, हाँ जी। ਕੀ ਹੋਣਾ ਚਾਹੀਦਾ ਸਰਕਾਰ ਨੂੰ, ਕੀ ਕਰਨਾ सर ਚਾਹੀਦਾ? सैनिटाइजर वगैरह रखने चाहिए, सैनिटाइजर ग्लव्स वगैरह भी रखने चाहिए। ਅੰਦਰ ਹੈ ਨਹੀਂ ਇਦਾਂ ਦੀ ਕੋਈ ਵੀ ਨਹੀਂ। ਚੀਜ਼? ਕਿਹੜੀ ਕੰਪਨੀ ਦਾ ਏਟੀਐਮ ਹੈ, ਕਿਹੜੇ ਬੈਂਕ ਦਾ? एक्सिस बैंक। ਠੀਕ ਹੈ ਭਾਜੀ, ਕੀ ਨਾਮ ਹੈ ਜੀ ਆਪਣਾ? ਮੇਰਾ ਰਣਵੀਰ ਸਿੰਘ ਜੀ। ਅੱਛਾ, ਅੱਜ ਤੁਸੀਂ ਏਟੀਐਮ ਤੋਂ ਪੈਸੇ ਕਢਵਾਉਣ ਆਏ ਹੋ, ਕਿਸ ਤਰ੍ਹਾਂ ਦਾ ਉਰੇ ਜਿਹੜਾ ਹੈਗਾ ਪ੍ਰੀਕਾਸ਼ਨ ਵਰਤੇ ਜਾ ਰਹੇ ਬੈਂਕਾਂ ਵੱਲੋਂ, ਜਿੱਦਾਂ ਸਰਕਾਰ ਵੱਲੋਂ ਸੈਨੀਟਾਈਜ਼ਰ ਨੂੰ ਲੈ ਕੇ ਕਿਹਾ ਗਿਆ ਹੈ? ਉਰੇ ਸੈਨੀਟਾਈਜ਼ਰ ਤਾਂ ਦਿਖ ਨਹੀਂ ਰਿਹਾ ਜੀ ਮੈਨੂੰ, ਨਾ ਕੋਈ ਬੰਦਾ ਨਜ਼ਰ ਆ ਰਿਹਾ ਉਰੇ। ICICI ਬੈਂਕ ਹੈ ਜੀ ਇਹ ਰੋਪੜ ਦਾ। ਤੇ ਕੀ ਮੰਨਦੇ ਜਿਸ ਤਰ੍ਹਾਂ ਬਿਮਾਰੀ ਲਗਾਤਾਰ ਫੈਲ ਰਹੀ ਹੈ, ਅਗਰ ਕੋਈ ਇਦਾਂ ਦਾ ਕਰੋਨਾ ਵਾਇਰਸ ਵਾਲਾ ਯੂਜ਼ ਕਰਦਾ ਹੈ ਏਟੀਐਮ ਨੂੰ, ਕਿ ਅੱਗੇ ਫੈਲ ਸਕਦੀ ਬਿਮਾਰੀ ਹੋਵੇ? ਬਿਲਕੁਲ ਫੈਲ ਸਕਦੀ ਹੈ ਜੀ ਬਿਮਾਰੀ ਦੀ। ਆਪਾਂ ਟੱਚ ਕਰਦੇ ATM ਨੰਬਰਾਂ ਨੂੰ ਜੀ, ਕੋਈ ਉਰੇ ਸੈਨੀਟਾਈਜ਼ਰ ਨਹੀਂ ਹੈ, ਕੋਈ ਬੰਦਾ ਨਹੀਂ ਖੜਾ, ਉਰੇ ਸਿਕਿਉਰਿਟੀ ਗਾਰਡ ਨਹੀਂ ਹੈ ਕੋਈ ਜੀ। ਅੱਛਾ, ਕੀ ਹੋਣਾ ਚਾਹੀਦਾ, ਕੀ ਅਪੀਲ ਕਰਦੇ ਸਰਕਾਰ ਨੂੰ ਤਾਂ ਕਿ ਸੇਫਟੀ ਰਵੇ, ਅੱਗੇ ਵਧੇ ਨਾ ਬਿਮਾਰੀ? ਮੈਂ ਤਾਂ ਇਹੀ ਅਪੀਲ ਕਰਦਾ ਵੀ ਫਟਾਫਟ ਉਰੇ ਸੈਨੀਟਾਈਜ਼ਰ ਉਰੇ ਇੱਕ ਬੰਦਾ ਛੱਡਿਆ ਜਾਵੇ, ਕਿ ਸੈਨੀਟਾਈਜ਼ਰ ਦਿੱਤਾ ਜਾਵੇ ਜੋ ਕਿ ਇਹਦੇ ਪਰ ਵਾਸ਼ ਕੀਤਾ ਜਾਵੇ ਚੰਗੀ ਤਰ੍ਹਾਂ। ਹਾਂਜੀ, ਏਟੀਐਮ ਦੀ ਤੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਕਰੋਨਾ ਵਾਇਰਸ ਨੂੰ ਲੈ ਕੇ ਜੀ? ਦੇਖੋ ATM ਦੇ ਵਿੱਚ ਜਿਹੜੇ ਲੋਕ ਸਾਡੇ ਜਾਂਦੇ ਨੇ ਉਹਨਾਂ ਦਾ ਸਭ ਤੋਂ ਵੱਡਾ COVID-19 ਦਾ ਸ਼ਿਕਾਰ ਹੋਣ ਦਾ ਖਤਰਾ ਬਣਿਆ ਹੋਇਆ। ਜਿੰਨੇ ਵੀ ਨੇੜੇ ਤੇੜੇ ਰੋਪੜ ਦੇ ATM ਹੈਗੇ ਆ ਬੈਂਕਸ ਦੇ, ਉਹਨਾਂ ਦੇ ਵਿੱਚ ਜਦੋਂ ਜਾਂਦੇ ਆ ਨਾ ਤਾਂ ਉੱਥੇ ਕੋਈ ਉਹਨਾਂ ਨੂੰ ਸੈਨੀਟਾਈਜ਼ ਕੀਤਾ ਗਿਆ ਔਰ ਨਾ ਹੀ ਉੱਥੇ ਕੋਈ ਐਦਾਂ ਦੀ ਮੈਡੀਸਨ ਰੱਖੀ ਗਈ ਆ ਜਿਹਦੇ ਨਾਲ ਲੋਕ ਆਪਣੇ ਹੱਥ ਸਾਫ਼ ਕਰਕੇ ਉਸ ਤੋਂ ਬਾਅਦ ATM ਦੀ ਵਰਤੋਂ ਕੀਤੀ ਜਾਵੇ। ਪ੍ਰਸ਼ਾਸਨ ਵੀ ਇਸ ਪ੍ਰਤੀ ਅਵੇਅਰ ਨਹੀਂ ਹੈਗਾ ਔਰ ਬੈਂਕਾਂ ਨੂੰ ਵੀ ਚਾਹੀਦਾ ਕਿ ਉੱਥੇ ਆਪਣਾ ਕੋਈ ਅੱਗੇ ਮੁਲਾਜ਼ਮ ਖੜਾ ਕਰਕੇ ਪ੍ਰੋਪਰ ਜਿਹੜੇ ਉੱਥੇ ਗਾਹਕ ਆਉਂਦੇ ਨੇ ਉਹਦੇ ਹੱਥ ਸੈਨੀਟਾਈਜ਼ ਕਰਾ ਕੇ ਉਹਨਾਂ ਨੂੰ ਅੰਦਰ ਭੇਜਿਆ ਜਾਵੇ।
ਇਹ ਤੁਸੀਂ ਦੇਖੋ, ਅਗਰ ਸਰਕਾਰ ਨੇ और प्रशासन ने और ਜਿਹੜੇ ਬੈਂਕਸ ਨੇ ਇਹਨਾਂ ਨੇ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬਿਮਾਰੀ ਦਾ ਫੈਲਾਅ ਏ ਉਹ ਇਹਨਾਂ ATMs ਤੋਂ ਹੀ ਵਧੇਗਾ। ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀ ਨੂੰ ਰੋਕਣਾ ਮੁਸ਼ਕਲ ਹੋ ਜਾਵੇਗਾ। ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਕਿ ਬੈਂਕਾਂ ਨੂੰ ਸਖਤ ਹਦਾਇਤਾਂ ਕਰਨ ਕਿ ਜਿੰਨੀਆਂ ਵੀ ATM ਮਸ਼ੀਨਾਂ ਨੇ ਉਹਨਾਂ ਨੂੰ ਪ੍ਰੋਪਰ ਢੰਗ ਦੇ ਨਾਲ ਸੈਨੀਟਾਈਜ਼ ਕੀਤਾ ਜਾਵੇ ਔਰ ਜਿੰਨੇ ਵੀ ਗਾਹਕ ਉੱਥੇ ਜਾਂਦੇ ਨੇ ਉਹਨਾਂ ਦੇ ਹੱਥ ਪ੍ਰੋਪਰ ਢੰਗ ਨਾਲ ਧਵਾ ਕੇ ਸੈਨੀਟਾਈਜ਼ ਕਰਵਾ ਕੇ ਉਸ ਤੋਂ ਬਾਅਦ ਉਹਨਾਂ ਦੀ ਐਂਟਰੀ ATM ਦੇ ਵਿੱਚ ਯਕੀਨੀ ਕਰਾਈ ਜਾਵੇ। ਭਾਜੀ ਕੀ ਨਾਮ ਆਪਣਾ, ਕਿਹੜੀ ਜਗ੍ਹਾ ਸਮੀਰ ਵਰਮਾ, ਰੋਪੜ ਤੋਂ। ਭਾਜੀ ATM ਯੂਜ਼ ਕੀਤਾ, ਤੁਹਾਨੂੰ ਕੀ ਲੱਗਿਆ ਇੱਥੇ ਕੋਈ ਪ੍ਰੀਕਾਸ਼ਨ ਯੂਜ਼ ਨਜ਼ਰ ਆਏ ਤੁਹਾਨੂੰ? ਕੋਈ ਵੀ ਨਹੀਂ ਇੱਥੇ, ਕੋਈ ਸੈਨੀਟਾਈਜ਼ਰ ਨਹੀਂ, ਕੋਈ ਸਿਕਿਉਰਿਟੀ ਗਾਰਡ ਨਹੀਂ ਹੈ। ਕੀ ਲੱਗਦਾ ਕਿੰਨਾ ਖਤਰਨਾਕ ਹੋ ਸਕਦਾ ਹੈ? ਇਹ ਬਹੁਤ ਜ਼ਿਆਦਾ ਖਤਰਨਾਕ ਹੈ ਇਸ ਟਾਈਮ। ਸੈਨੀਟਾਈਜ਼ਰ ਇੱਥੇ ਜ਼ਰੂਰੀ ਚਾਹੀਦਾ ਹਰ ਟਾਈਮ, ਉਹ ਕੁਝ ਵੀ ਨਹੀਂ ਐਸਾ ਪਿਆ ਇਹਨਾਂ ਦੇ ਕੋਲ। ਤੇ ਕੀ ਅਪੀਲ ਕਰਦੇ ਹੋ ਪ੍ਰਸ਼ਾਸਨ ਨੂੰ ਜਾਂ ਸਿਹਤ ਵਿਭਾਗ ਨੂੰ, ਸਰਕਾਰ ਨੂੰ? ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਖੁਦ ਆ ਕੇ ਵੀ ਇੱਥੇ ਸੈਨੀਟਾਈਜ਼ਰ ਜ਼ਰੂਰੀ ਹੈ, ਹਰ ਮੁਹੱਲੇ ਹਰ ਸ਼ਹਿਰ ਦੇ ਵਿੱਚ ਕਰਨਾ ਜ਼ਰੂਰੀ ਹੈ ਇਸ ਟਾਈਮ। ਮਾਹਰਾਂ ਦਾ ਮੰਨਣਾ ਹੈ ਕਿ ATM ਰਾਹੀਂ ਕਰੋਨਾ ਵਾਇਰਸ ਦੇ ਫੈਲਣ ਦਾ ਸਭ ਤੋਂ ਵੱਧ ਖਤਰਾ ਹੈ ਕਿਉਂਕਿ ATM ਦੀ ਸਕਰੀਨ ਅਤੇ ਕੀਪੈਡ ਨੂੰ ਦਿਨ ਵਿੱਚ ਸੈਂਕੜੇ ਵਿਅਕਤੀ ਵਰਤਦੇ ਨੇ। ਸਭ ਇੱਕ ਗੱਲ ਨੂੰ ਤਾਂ ਆਪਾਂ ਨੂੰ ਯਾਦ ਰੱਖਣਾ ਪਏਗਾ, ਸਾਰੇ ਲੋਕਾਂ ਨੂੰ ਵੀ ਯਾਦ ਰੱਖਣਾ ਪਏਗਾ ਕਿ ਜਿਸ ਦਿਨ ਦੇ ਉੱਤੇ ਇਹ ਬਿਮਾਰੀ ਜਿਹੜੀ ਹੈਗੀ ਜਦੋਂ ਫੈਲਣੀ ਸ਼ੁਰੂ ਹੋਈ ਉਹਦੀ ਸਭ ਤੋਂ ਪਹਿਲੀ ਗੱਲ ਜਿਹੜੀ ਸੀ ਉਹ ਇਹ ਆਈ ਸੀ ਕਿ ਇਹ ਟੱਚ ਨਾਲ ਫੈਲਦੀ ਹੈ, ਇਹ ਹਵਾ ਰਾਹੀਂ ਨਹੀਂ ਫੈਲਦੀ। ਤੇ ਇਹ ਜਿਹੜਾ ਸਵਾਲ ਤੁਸੀਂ ਪੁੱਛਿਆ ਹੈ ਵੀ ਜਿਸ ਤਰ੍ਹਾਂ ATM ਜਿਹੜਾ ਹੈਗਾ ਉੱਥੇ ਜਦੋਂ ਆਪਾਂ ATM ਦੇ ਨੂੰ ਵਰਤਦੇ ਆ ਉਹਦੇ 'ਚ ਸਾਡਾ ਹੱਥ ਹੀ ਹੈਗਾ ਜਿਹੜਾ ਕੰਮ ਕਰਦਾ ਹੁੰਦਾ ਹੈ। ਇਸ ਕਰਕੇ ਉੱਥੇ ਅਗਰ ਕਿਸੇ ਕਿਸਮ ਦਾ ਵੀ ਕੋਈ ਕਰੋਨਾ ਵਾਲਾ ਮਰੀਜ਼ ਜਿਹੜਾ ਹੈਗਾ ਜਿਸ ਨੂੰ ਕਰੋਨਾ ਹੋਇਆ, ਕਰੋਨਾ ਪੋਜ਼ਿਟਿਵ ਹੈਗਾ, ਉਹ ਮਰੀਜ਼ ਅਗਰ ਉਸ ਨੂੰ ਜਿਹੜੀ ਉਸ ਦੀ ਪੈਡ ਹੁੰਦੀ ਹੈ ਰਾਈਟਿੰਗ ਪੈਡ ਉਸ ਨੂੰ ਟੱਚ ਕਰੇਗਾ ਤਾਂ ਉੱਥੋਂ ਕਰੋਨਾ ਫੈਲਣ ਦੇ ਬਹੁਤ ਜ਼ਿਆਦਾ ਚਾਂਸਸ ਨੇ। ਇਸ ਕਰਕੇ ਇਹ ਜਿਹੜੀ ਤੁਸੀਂ ਸਵਾਲ ਪੁੱਛਿਆ ਕਿ ਉੱਥੇ ਇੱਕ ਤਾਂ ATM ਦੇ ਉੱਤੇ ਖਾਸ ਕਰਕੇ ਬੈਂਕ ਦਾ ਜਿਹੜਾ ਹੈਗਾ ਮੁਲਾਜ਼ਮ ਹੋਣਾ ਜ਼ਰੂਰੀ ਹੈ। ਉੱਥੇ ਉਹ ਉਸ ਨੂੰ ਮੈਨੇਜ ਕਰੇਗਾ ਕਿ ਉਹ ਕੋਈ ਵੀ ਬੰਦਾ ਅਗਰ ਬਾਹਰੋਂ ਆਉਂਦਾ ATM ਤੋਂ ਪੈਸੇ ਲੈਣ ਵਾਸਤੇ ਤੇ ਉਸ ਦੇ ਹੈਂਡ ਸੈਨੀਟਾਈਜ਼ਰ ਕਰਵਾਉਣਾ ਜਿਹੜਾ ਹੈਗਾ ਉਹ ਬੈਂਕ ਵਾਲਿਆਂ ਦਾ ਪਹਿਲਾ ਫਰਜ਼ ਬਣੇਗਾ। ਦੂਸਰਾ ਉਹਦਾ ਹੈਗਾ ਕਿ ਜਿਹੜੀ ਉਹ ਕੀਪੈਡ ਹੈ ਉਸ ਦੇ ATM ਦੀ ਉਸ ਨੂੰ ਵੀ ਬਾਰ-ਬਾਰ ਜਿਹੜਾ ਹੈਗਾ ਸੈਨੀਟਾਈਜ਼ ਕਰਨਾ ਪਏਗਾ। ਡਾਕਟਰ ਸਾਹਿਬ ਇਸ ਤੋਂ ਕਿੰਨਾ ਚਾਂਸ ਹੈਗੇ ਫੈਲਣ ਦੇ, ਕਿੰਨੀ ਦੇਰ ਤੱਕ ਜਿਹੜਾ ਕਰੋਨਾ ਵਾਇਰਸ ਦਾ ਜਿਹੜਾ ਜੀਵਾਣੂ ਹੈ ਇਹ ਜਿੰਦਾ ਰਹਿੰਦਾ ਹੈ? ਸਕਰੀਨ ਜਿਸ ਤਰ੍ਹਾਂ ਕਈ ਜਿਹੜੇ ATM ਦੀ ਸਕਰੀਨ ਤੇ ਹੀ ਜਿਹੜਾ ਹੈਗਾ ਟੱਚ ਤੇ ਯੂਜ਼ ਕਰਦਾ ਕਿਉਂਕਿ ਬਹੁਤ ਗੰਦੀ ਹੁੰਦੀ ਆ। ਇਸ ਤੋਂ ਇਲਾਵਾ ਜਿਹੜੇ ਕੀਪੈਡ ਹੁੰਦੇ ਆ, ਅਗਰ ਮੰਨ ਲਈਏ ਕਿ ਇੱਕ ਕਰੋਨਾ ਵਾਇਰਸ ਦਾ ਪੋਜ਼ਿਟਿਵ ਮਰੀਜ਼ ਯੂਜ਼ ਕਰਕੇ ਚਲਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੇ ਬਾਕੀ ਲੋਕ ਯੂਜ਼ ਕਰਦੇ ਆ ਉਹ ਕਿੱਦਾਂ ਸੇਫ ਰਹਿ ਸਕਦੇ, ਕਿਸ ਤਰ੍ਹਾਂ ਬਚ ਸਕਦਾ? ਕਿ ਦੇਖੋ ਇਸ ਤਰ੍ਹਾਂ ਹੈਗਾ ਕਿ ਇਹ ਜਿਹੜੀ ਕਰੋਨਾ ਵਾਇਰਸ ਹੈਗੀ ਹੈ ਇਹ ਸਰਫੇਸ ਤੇ ਉੱਤੇ ਇਹਦੀ ਲਾਈਫ ਵੱਖਰੇ ਨਵੀਂ ਵਾਇਰਸ ਹੋਣ ਕਰਕੇ ਬੜੀ ਸਾਰੀਆਂ ਨਵੀਂ ਥਿਊਰੀਜ਼ ਆਈਆਂ ਨੇ, ਪਰ ਆਪਾਂ ਇਸ ਗੱਲ ਨੂੰ ਮੰਨਣਾ ਪਏਗਾ ਵੀ ਇਹ ਘੰਟਿਆਂ ਵਧੀ ਉੱਥੇ ਰਹਿ ਸਕਦਾ ਹੈ, ਚਾਹੇ ਸਕਰੀਨ ਹੋਵੇ ਚਾਹੇ ਉਹ ਪੈਡ ਹੋਵੇ। ਇਸ ਕਰਕੇ ਆਪਾਂ ਨੂੰ ਇਸ ਬਾਰੇ ਕੌਨਸ਼ੀਅਸ ਰਹਿਣਾ ਪਏਗਾ ਕਿ ਇਹ ਇੱਕ ਵਾਰੀ ਕਿਸੇ ਵੀ ਕਰੋਨਾ ਪੋਜ਼ਿਟਿਵ ਨੇ ਸਕਰੀਨ ਟੱਚ ਕੀਤੀ ਜਾਂ ਕੀਪੈਡ ਟੱਚ ਕੀਤਾ ਉਹ ਘੰਟਿਆਂ ਵਧੀ ਵਾਇਰਸ ਜਿਹੜੀ ਹੈਗੀ ਆ ਉੱਥੇ ਰਹਿ ਸਕਦੀ ਹੈ। ਸੋ ਉਸ ਨੂੰ ਜਿਹੜਾ ਹੈਗਾ 2-3 ਘੰਟੇ ਬਾਅਦ ਤਾਂ ਜ਼ਰੂਰੀ ਹੈ ਕਿ ਉਸ ਨੂੰ ਸੈਨੀਟਾਈਜ਼ ਕੀਤਾ ਜਾਵੇ, ਜਿਹੜੀ ਸਕਰੀਨ ਹੈ ਜਾਂ ਜਿਹੜੀ ਕੀਪੈਡ ਹੈ ਆਪਣੀ ਜਿਹੜੀ ਹੈਗੀ ਹੈ। ਲੋਕਾਂ ਨੂੰ ਵੀ ਅਵੇਅਰ ਹੋਣਾ ਪਏਗਾ ਕਿ ਕਿਉਂਕਿ ਬਰਾਬਰ ਦਾ ਚਾਂਸ ਜਿਹੜਾ ਹੈਗਾ ਜਾਂ ਬਰਾਬਰ ਦੀ ਜ਼ਿੰਮੇਵਾਰੀ ਅਸੀਂ ਕਹੀਏ ਕਿ ਆਮ ਲੋਕਾਂ ਦੀ ਵੀ ਬਣਦੀ ਹੈ ਜਿਹੜਾ ATM ਯੂਜ਼ ਕਰ ਰਿਹਾ ਉਹ ਹੈਂਡ ਸੈਨੀਟਾਈਜ਼ ਕਰਕੇ ਹੀ ਜਿਹੜਾ ਹੈ ਉਹ ਉਸ ਨੂੰ ਯੂਜ਼ ਕਰੇ। ਜਿਵੇਂ ਆਪਾਂ ਹੁਣ ਜਿਵੇਂ ਪੰਜਾਬ ਗਵਰਨਮੈਂਟ ਨੇ ਵੀ ਕੀਤਾ, ਇੰਡੀਅਨ ਗਵਰਨਮੈਂਟ ਨੇ ਵੀ ਪਹਿਲਾਂ ਹੀ ਕਰਤਾ ਸੀਗਾ ਕਿ ਜਿਹੜੀ ਬਾਇਓਮੈਟ੍ਰਿਕ ਅਟੈਂਡੈਂਸ ਹੈ ਉਹ ਨਹੀਂ ਲਾਣੀ। ਉਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਇਹ ਸਕਰੀਨ ਹੋਵੇ ਜਾਂ ਉਹ ਕੀਪੈਡ ਹੋਵੇ ਉਸ ਦੇ ਉੱਤੇ ਇਹ ਲੰਬੇ ਸਮੇਂ ਵਾਸਤੇ ਸਰਵਾਈਵ ਕਰ ਸਕਦਾ ਔਰ ਕਿਸੇ ਨੂੰ ਵੀ ਇਨਫੈਕਟ ਕਰ ਸਕਦਾ। ਦੱਸੋ ਤੁਸੀਂ ਲੋਕਾਂ ਦੀ ਗੱਲ ਕੀਤੀ ਵੀ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਆ, ਪਰ ਲੋਕ ਤਾਂ ਨਾਲ ਸੈਨੀਟਾਈਜ਼ਰ ਚੱਕ ਕੇ ਨਹੀਂ ਘੁੰਮਦੇ ਕਿਉਂ ਨਾ? ਜਿਹੜਾ ਡਿਊਟੀ ਬਣਦੀ ਹੈ ਬੈਂਕ ਮੁਲਾਜ਼ਮਾਂ ਦੀ ਜਿਨ੍ਹਾਂ ਦੀ ATM ਹੈਗਾ ਉੱਥੇ ਜਿਹੜਾ ਸੈਨੀਟਾਈਜ਼ਰ ਬਕਾਇਦਾ ਰੱਖਿਆ ਜਾਵੇ, ਮੁਲਾਜ਼ਮ ਲਗਾਇਆ ਜਾਵੇ ਜਿਹੜਾ ਬਾਰ-ਬਾਰ ਉਹਨਾਂ ਦੇ ਹੱਥ ਸੈਨੀਟਾਈਜ਼ ਕਰਵਾਵੇ। ਦੇਖੋ ਇਹ ਦੋ ਤਰ੍ਹਾਂ ਹੁੰਦਾ ਹੈ ਉਹਦੇ 'ਚ ਕਿ ਜਿਹੜਾ ਕੋਈ ਬੈਨੀਫਿਟ ਲੈਣਾ ਚਾਹੁੰਦਾ ਉਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ ਤੇ ਜਿਹੜਾ ਬੈਨੀਫਿਟ ਦੇ ਰਿਹਾ ਉਸ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ। ਇਹ ਗੱਲ 100% ਠੀਕ ਹੈ ਤੁਹਾਡੀ ਕਿ ਜਿਹੜਾ ATM ਜਿਹੜਾ ਹੈਗਾ ਉਹ ਬੈਂਕਿੰਗ ਸਰਵਿਸਿਜ਼ ਇੱਕ ਦੇ ਰਿਹਾ ਹੈ।
ਇਸ ਕਰਕੇ ਉਹ ਉੱਥੇ ਕੁਝ ਕਸਟਮਰ ਜਾਂਦੇ ਨੇ ਤੇ ਉਹ ਬੈਂਕ ਚੱਲਦਾ ਹੈ। ਇਸ ਕਰਕੇ ਪਹਿਲੀ ਗੱਲ ਤਾਂ ਉਸ ਦੀ ਜ਼ਿੰਮੇਵਾਰੀ ਬਣਦੀ ਹੈ ਬੈਂਕ ਦੀ ਕਿ ਉਹ ਹੈਂਡ ਸੈਨੀਟਾਈਜ਼ਰ ਕਰਵਾਵੇ, ਸਕਰੀਨ ਜਿਹੜਾ ਹੈਗਾ ਉਸ ਨੂੰ ਸੈਨੀਟਾਈਜ਼ ਕਰੇ, ਕੀਪੈਡ ਨੂੰ ਸੈਨੀਟਾਈਜ਼ ਕਰੇ। ਇਹ ਗੱਲ ਪਹਿਲੀ ਜ਼ਿੰਮੇਵਾਰੀ ਹੈ। ਲੇਕਿਨ ਉਸ ਦੇ ਨਾਲ ਹੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕੋਈ ਵੀ ਕਸਟਮਰ ਜਿਹੜਾ ਹੈਗਾ ਉਹ ਹੋ ਸਕਦਾ ਉਹਦੇ ਕੋਲ ਹੈਂਡ ਸੈਨੀਟਾਈਜ਼ਰ ਆਪਣੇ ਕੋਲ ਨਾ ਹੋਵੇ, ਲੇਕਿਨ ਕਸਟਮਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਦੋਂ ATM ਤੇ ਜਾਂਦਾ ਹੈ ਉੱਥੇ ਆਪ ਉਹਨਾਂ ਕੋਲੋਂ ਮੰਗ ਲਵੇ ਔਰ ਹੱਥ ਜਿਹੜੇ ਹੈਗੇ ਉਹ ਸੈਨੀਟਾਈਜ਼ ਕਰ ਲਵੇ। ਪਰ ATM ਤੇ ਤਾਂ ਕੋਈ ਮੌਜੂਦ ਨਹੀਂ ਹੈ, ਕੋਈ ਨਾ ਤਾਂ ਸੈਨੀਟਾਈਜ਼ਰ ਮੌਜੂਦ ਹੈ, ਨਾ ਸੈਨੀਟਾਈਜ਼ਰ ਦੇਣ ਵਾਲਾ ਕੋਈ ਮੁਲਾਜ਼ਮ ਜਿਹੜਾ ਹੈਗਾ ਮੌਜੂਦ ਹੈ। ਬੈਂਕਾਂ ਦੇ ਮੈਨੇਜਰਾਂ ਨਾਲ ਗੱਲ ਹੋਈ ਸੀ, ਉਹ ਕਹਿੰਦੇ ਅਸੀਂ ਰਖਵਾਏ ਸੀ, ਚੋਰੀ ਹੋ ਗਏ ਆ ਤੇ ਸਾਡੇ ਕੋਲ ਕੋਈ ਗਾਰਡ ਰੱਖਣ ਵਾਸਤੇ ਕੋਈ ਹਲੇ ਹਾਇਰ ਅਥਾਰਟੀ ਵੱਲੋਂ ਕੋਈ ਮਨਜ਼ੂਰੀ ਨਹੀਂ ਹੈਗੀ। ਨਹੀਂ, ਇਹ ਤਾਂ ਸ਼ਰੇਆਮ ਅਣਗਹਿਲੀ ਹੈ ਬੈਂਕ ਦੀ। ਇਸ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਜ਼ਿੰਮੇਵਾਰੀ ਲੈਣੀ ਪਏਗੀ ਕਿ ਬੈਂਕਿੰਗ ਇੱਕ ਸਰਵਿਸਿਜ਼ ਦੇ ਰਿਹਾ। ਜਦੋਂ ਤੁਸੀਂ ਦੇਖੋ ਕਿ ਸਰਕਾਰ, ਭਾਰਤ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ, ਉਹਨੇ ਹਰ ਇੱਕ ਬੰਦੇ ਦੀ ਜਦੋਂ ਸਰਵਿਸ ਜਿਸ ਨੇ ਦੇਣੀ ਹੈ ਉਸ ਦੀ ਜ਼ਿੰਮੇਵਾਰੀ ਲਗਾਈ ਹੈ ਕਿ ਉਹ ਇਹ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਨੇ ਪੂਰੀਆਂ ਕਰੇ, ਤਾਂ ਹੀ ਉਹ ਸਰਵਿਸਿਜ਼ ਜਿਹੜੀਆਂ ਹੈਗੀਆਂ ਆਪਣੀਆਂ ਚਾਲੂ ਰੱਖੇ। ਅਗਰ ਬੈਂਕ ਜਿਹੜਾ ਬੈਂਕ ਉੱਥੇ ਗਾਰਡ ਨਹੀਂ ਦੇ ਸਕਦਾ, ਸੈਨੀਟਾਈਜ਼ਰ ਨਹੀਂ ਦੇ ਸਕਦਾ, ਉਸ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਆਪਣਾ ਬੈਂਕ ਚਲਾਵੇ। ਅੱਛਾ ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ ਆ ATM ਤੋਂ ਕਿ 2-3 ਘੰਟੇ ਬਾਅਦ ਸੈਨੀਟਾਈਜ਼ ਹੋਣਾ ਚਾਹੀਦਾ। ਮੰਨ ਲਈਏ ਕਿਉਂਕਿ ATM ਤੇ ਜੋ ਪੈਸੇ ਕਢਵਾਉਣ ਆਉਂਦੇ ਲੋਕ, ਕਈ ਵਾਰੀ ਲਾਈਨ ਵੀ ਲੱਗ ਜਾਂਦੀ ਕਿਉਂਕਿ 1 ਮਿੰਟ ਬਾਅਦ ਯੂਜ਼ ਹੁੰਦਾ ATM, 1 ਮਿੰਟ ਜਾਂ 2 ਮਿੰਟ ਬਾਅਦ, 3 ਮਿੰਟ ਬਾਅਦ ਯੂਜ਼ ਹੁੰਦਾ। ਮੰਨ ਲਓ ਅਗਰ ਇੱਕ ਬੰਦਾ ਜਿਹੜਾ ਹੈਗਾ ਕਰੋਨਾ ਵਾਇਰਸ ਦਾ ਪੋਜ਼ਿਟਿਵ ਯੂਜ਼ ਕਰ ਲੈਂਦਾ ਤਾਂ ਉਹਦੇ ਬਾਅਦ 3 ਘੰਟੇ ਦੇ ਗੈਪ ਦੇ ਵਿੱਚ ਕਿੰਨੇ ਬੰਦੇ ਯੂਜ਼ ਕਰਨਗੇ? ਕੀ ਉਹ ਅਫੈਕਟਡ ਨਹੀਂ ਹੋਣਗੇ? ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਹਰ ਇੱਕ ਵਿਅਕਤੀ ਤੋਂ ਬਾਅਦ ਜਿਹੜਾ ਉਹਦਾ ਸੈਨੀਟਾਈਜ਼ ਹੋਣਾ ਚਾਹੀਦਾ? ਨਹੀਂ, ਇਸ ਤਰ੍ਹਾਂ ਨਹੀਂ ਹੈ। ਉਹਦੇ 'ਚ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਕੋਈ ਹੈਂਡ ਸੈਨੀਟਾਈਜ਼ਰਸ ਵੀ ਆਪਾਂ ਯੂਜ਼ ਕਰ ਲਿਆ, ਆਪਾਂ ਨੂੰ ਇਹ ਗੱਲ ਮੰਨਣੀ ਪਏਗੀ ਕਿ ਉਹਦਾ 2-3 ਘੰਟੇ ਅਸਰ ਤਾਂ ਰਹੇਗਾ ਹੀ ਨਾ। ਇਸ ਤਰ੍ਹਾਂ ਨਹੀਂ ਨਾ ਹੈ ਕਿ ਹਰ ਇੱਕ ਚੀਜ਼ ਤੋਂ ਬਾਅਦ ਉਸ ਨੂੰ ਆਪਾਂ ਨੂੰ ਹਿਲਾਉਣਾ ਹੋਏਗਾ, ਇਸ ਤਰ੍ਹਾਂ ਨਹੀਂ ਹੈਗਾ। ਇਸ ਤਰ੍ਹਾਂ ਤਾਂ ਫਿਰ ਕੋਈ ਸਰਵਿਸਿਜ਼ ਚੱਲ ਹੀ ਨਹੀਂ ਸਕਦੀਆਂ। ਇਹ ਗੱਲ ਆਪਾਂ ਮੰਨਣਾ ਪਏਗਾ ਵੀ ਇੱਕ ਵਾਰੀ ਅਸੀਂ ਸੈਨੀਟਾਈਜ਼ ਕਰ ਲਿਆ, ਉਸ ਨੂੰ ਘੱਟੋ ਘੱਟ 2-3 ਘੰਟੇ ਤਾਂ ਆਪਾਂ ਚਲਾ ਹੀ ਸਕਦੇ ਹਾਂ ਵਿੱਚ ਜਿਹੜੀ ਹੈਗੀ। ਡਾਕਟਰ ਸਾਹਿਬ, ਸਰਕਾਰ ਵੱਲੋਂ ਬਕਾਇਦਾ ਜਿਹੜਾ ਹੈਗਾ ਸੋਸ਼ਲ ਡਿਸਟੈਂਸ ਜਾਂ ਹੋਰ ਬਾਜ਼ਾਰ ਖੋਲ੍ਹਣ ਨੂੰ ਲੈ ਕੇ ਕਈ ਹਦਾਇਤਾਂ ਜਾਰੀ ਕੀਤੀਆਂ, ਪਰੰਤੂ ਇਸ ਵੱਲ ਜਿਹੜਾ ਹੈਗਾ ਧਿਆਨ ਨਹੀਂ ਦਿੱਤਾ ਜਾ ਰਿਹਾ ਸੀ। ਅੱਜ ਕਈ ATM ਤੇ ਗਏ ਆ ਜਿੱਥੇ ਕੋਈ ਜਿਹੜਾ ਹੈਗਾ ਸੈਨੀਟਾਈਜ਼ਰ ਨਹੀਂ ਸੀਗਾ। ਤੁਹਾਨੂੰ ਕੀ ਲੱਗਦਾ ਕਿਤੇ ਨਾ ਕਿਤੇ ਜਿਹੜਾ ਅਣਜਾਣਪਣੇ ਦੇ ਵਿੱਚ ਕਈ ਲੋਕ ਇਸ ਦੇ ਸ਼ਿਕਾਰ ਹੋ ਸਕਦੇ? ਬਿਲਕੁਲ ਇਹੀ ਗੱਲ ਹੋਣੀ ਹੈ। ਜਦੋਂ ਇਹ ਗੱਲ ਹੋਈ ਸੀ ਕਿ ਇੱਕ ਸਟੇਜ ਹੁੰਦੀ ਹੈ ਜਿਹਦੇ 'ਚ ਆਪਾਂ ਨੂੰ ਲੋਕਾਂ ਨੂੰ ਅਵੇਅਰ ਕਰਦੇ ਹਾਂ, ਜਿਹੜੀ ਫਸਟ ਐਂਡ ਸੈਕੰਡ ਸਟੇਜ ਦੀ ਆਪਾਂ ਗੱਲ ਕੀਤੀ ਸੀ। ਥਰਡ ਸਟੇਜ ਉਦੋਂ ਹੀ ਆਉਣੀ ਹੈ ਜਦੋਂ ਲੋਕ ਜਿਹੜੇ ਹੈਗੇ ਨੇ ਉਹ ਬਹੁਤ ਜ਼ਿਆਦਾ ਅੱਗੇ ਪਿੱਛੇ ਜਿਹੜੇ ਹੈਗਾ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ, ਸੋਸ਼ਲ ਡਿਸਟੈਂਸ ਜਿਹੜਾ ਹੈਗਾ ਉਸ ਨੂੰ ਮੇਨਟੇਨ ਨਾ ਕਰਦੇ ਹੋਏ, ਫਿਰ ਜਿਹੜੇ ਵੀ ਲੋਕ ਸਰਵਿਸਿਜ਼ ਦੇ ਰਹੇ ਨੇ, ਚਾਹੇ ਉਹ ATM ਦੀ ਗੱਲ ਹੋਵੇ, ਚਾਹੇ ਉਹ ਕਿਸੇ ਦੁਕਾਨ ਦੀ ਗੱਲ ਹੋਵੇ ਜਾਂ ਕਿਸੇ ਹੋਰ ਵੀ ਅਦਾਰੇ ਦੀ ਗੱਲ ਹੋਵੇ, ਉਹ ਸੋਸ਼ਲ ਡਿਸਟੈਂਸ ਲੋਕਾਂ ਦਾ ਫਰਜ਼ ਹੈ ਕਿ ਉਸ ਨੂੰ ਮੇਨਟੇਨ ਕਰਨਾ। ਪਲੱਸ ਜਿਹੜਾ ਸਰਵਿਸ ਦੇ ਰਿਹਾ ਹੈ ਉਸ ਦਾ ਵੀ ਫਰਜ਼ ਬਣਦਾ ਹੈ ਕਿ ਉਹ ਉਸ ਦਾ ਡਿਸਟੈਂਸ ਜਿਹੜਾ ਹੈਗਾ ਮੇਨਟੇਨ ਕਰਨ ਵਾਸਤੇ ਆਪਣਾ ਜਿਹੜਾ ਅਮਲਾ ਜਿਹੜਾ ਹੈਗਾ ਉਹ ਇਸ ਤਰ੍ਹਾਂ ਰੱਖੇ ਕਿ ਲੋਕਾਂ ਨੂੰ ਉਹ ਔਨ ਦੀ ਸਪੌਟ ਵੀ ਅਵੇਅਰ ਕਰੇ। ਠੀਕ ਹੈ, ਸਭ ਧੰਨਵਾਦ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੇ ਉਲਟ ਬਿਨਾਂ ਸੁਰੱਖਿਆ ਸਾਧਨਾਂ ਦੇ ਚੱਲ ਰਹੇ ATM ਸੰਬੰਧੀ ਜਦੋਂ ਵੱਖ-ਵੱਖ ਬੈਂਕਾਂ ਦੇ ਮੈਨੇਜਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ATM ਤੇ ਸੈਨੀਟਾਈਜ਼ਰ ਤਾਂ ਰਖਵਾਏ ਗਏ ਸੀ ਪਰ ਲੋਕੀ ਚੁੱਕ ਲੈਂਦੇ ਸਨ। ਵਾਇਰਸ ਜਿਹੜੀ ਹੈਗੀ ਡਾਕਟਰਾਂ ਵੱਲੋਂ ਵੀ ਆ, ਸਰਕਾਰ ਵੱਲੋਂ ਵੀ ਕੀਤਾ ਵੀ ਇੱਕ ਦੂਜੇ ਜਿਹੜੇ ਆਪਾਂ ਟੱਚ ਕਰ ਲੈਂਦੇ, ਕੋਈ ਵੀ ਸਮਾਨ ਅਗਰ ਅਫੈਕਟਡ ਬੰਦਾ ਜੇ ਟੱਚ ਕਰਦਾ ਤਾਂ ਉਹਨੂੰ ਦੁਬਾਰਾ ਟੱਚ ਕੀਤਾ ਜਾਂਦਾ ਤੇ ਬਿਮਾਰੀ ਫੈਲਦੀ ਹੈ। ਤੇ ਇਸ ਨੂੰ ਲੈ ਕੇ ATM ਤੇ ਜਿਹੜਾ ਹੈਗਾ ਕੀ ਇਹਤਿਆਤ ਵਰਤੇ ਜਾ ਰਹੇ, ਕਿਉਂਕਿ ATM ਤੇ ਲੋਕਾਂ ਦੇ ਵਰਤ ਰਹੇ ਲਗਾਤਾਰ ਟੱਚ ਕਰ ਰਹੇ ਉਹਨੂੰ, ਜਿਹੜੀ ਸਕਰੀਨ ਨੂੰ ਵੀ ਆ, ਸੁੱਚਾਂ ਨੂੰ ਵੀ, ਉੱਥੇ ਕੋਈ ਸੈਨੀਟਾਈਜ਼ਰ ਨਹੀਂ ਹੈ, ਕੋਈ ਮੁਲਾਜ਼ਮ ਤੈਨਾਤ ਨਹੀਂ ਹੈ, ਉਹਦੇ ਵਾਸਤੇ ਕੀ ਕੀਤਾ ਜਾ ਰਿਹਾ ਆਪਣੇ ਵੱਲੋਂ? ਅਸੀਂ ਸਰ ਉਸ ਦੇ ਵਿੱਚ ਕੀ ਹੈ ਕਿ ਪਹਿਲਾਂ ਜਿਹੜਾ ਗਾਰਡ ਸਾਡਾ ਬਾਹਰ ਬੈਠਾ ਹੁੰਦਾ ਹੈ ਉਹ ਲੋਕਾਂ ਨੂੰ ਗਾਈਡ ਕਰਦਾ ਹੈ ਵੀ ਇੱਕ ਇੱਕ ਕਰਕੇ ਅੰਦਰ ਜਾਣ, ਤੇ ਅਸੀਂ ਹਰ ਅੱਧੇ ਘੰਟੇ ਬਾਅਦ ਅਸੀਂ ਉਹਦੇ ਵਿੱਚ ਆਪਣੇ ਪੈਂਟਰੀ ਬॉयਜ਼ ਨੂੰ ਇੰਸਟਰਕਸ਼ਨ ਦੇ ਰੱਖੀਆਂ ਕਿ ਹਰ ਅੱਧੇ ਘੰਟੇ ਬਾਅਦ ਜਾ ਕੇ ਮਸ਼ੀਨ ਦੇ ਉੱਪਰ ਸੈਨੀਟਾਈਜ਼ਰ ਦੇ ਨਾਲ ਉਹ ਕੱਪੜਾ ਮਾਰਦਾ ਹੈ ਤੇ ਉਹਨੂੰ ਕਲੀਨ ਕਰਦਾ ਹੈ। ਸਰ ਜਿਹੜੇ ਕਸਟਮਰ ਆਉਂਦੇ ਆ, ਖਾਤਾਧਾਰਕ ਪੈਸੇ ਕਢਵਾਉਣ ਆਉਂਦੇ, ਉਹਨਾਂ ਦੀ ਹੱਥ ਸੈਨੀਟਾਈਜ਼ ਕਰਾਉਣ ਵਾਸਤੇ ਕੋਈ ਇੱਥੇ ਸੈਨੀਟਾਈਜ਼ਰ ਵਗੈਰਾ ਨਹੀਂ ਰੱਖੇ ਗਏ? ਜਿੱਦਾਂ ਇਹ ਤਾਂ ATM ਤੁਹਾਡੇ ਬੈਂਕ ਦੇ ਬਾਹਰ ਹੈਗਾ ਤਾਂ ਗਾਰਡ ਹੈਗਾ ਮੌਜੂਦ, ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ 1-2 ਹੋਰ ATM ਆ, ਉੱਥੇ ਕੁਝ ਵੀ ਇਦਾਂ ਦਾ ਕੋਈ ਦੇਖਣ ਨੂੰ ਨਹੀਂ ਮਿਲ ਰਿਹਾ ਜੀ। ਸਰ ਉਸ ਕੀ ਹੈ ਕਿ ਥੋੜ੍ਹਾ ਜਿਹਾ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਕਿ ਸੈਨੀਟਾਈਜ਼ਰ ਵਗੈਰਾ ਰੱਖੇ ਹੈ ਤਾਂ ਕੁਝ ਸ਼ਰਾਰਤੀ ਤੱਤ ਹੁੰਦੇ ਆ ਕਿ ਜੇ ਸੈਨੀਟਾਈਜ਼ਰ ਨੂੰ ਨਾਲ ਲੈ ਜਾਂਦੇ ਆ ਜਾ ਕੇ। ਅਸੀਂ ਗਾਰਡ ਬੈਂਕ ਵੱਲੋਂ ਇੰਸਟਰਕਸ਼ਨ ਦਿੰਦੇ ਕਿ ਅੱਜ ਕੱਲ੍ਹ ਜਿਹੜੀ ਹੈ ਆਨਲਾਈਨ ਮੋਨੀਟਰਿੰਗ ਹੁੰਦੀ ਹੈ, ਗਾਰਡ ਹਲੇ ਬੈਂਕ ਨੇ ਇੰਸਟਰਕਸ਼ਨ ਦਿੱਤੀ, ਜੇ ਸਾਨੂੰ ਬੈਂਕ ਦਾ ਹੁਕਮ ਹੋਏਗਾ ਤਾਂ ਗਾਰਡ ਵੀ ਅਸੀਂ ਪਲੇਸ ਕਰਦੇ ਹਾਂ ਤਾਂ ਕਿ ਮੇਕ ਸ਼ੋਰ ਕਰਾਂਗੇ ਜਿਹੜਾ ਬੰਦਾ ਐਂਟਰ ਕਰੇ
ਤੇ ਹੱਥ ਨੂੰ ਆਪਣਾ ਸੈਨੀਟਾਈਜ਼ ਕਰਕੇ ਹੀ ਮਸ਼ੀਨ ਯੂਜ਼ ਕਰੇ। ਜਿਹੜਾ ਹੈਗਾ ਬਿਲਕੁਲ ਵੀ ਕੋਈ ਸੈਨੀਟਾਈਜ਼ਰ ਨਹੀਂ, ਕੋਈ ਨਹੀਂ ਸੈਨੀਟਾਈਜ਼ਰ ਰੱਖਿਆ ਸੀ ਏਟੀਐਮ ਤੇ, ਪਰ ਐ ਵੀ ਲੋਕ ਯੂਜ਼ ਕਰਦੇ ਹਾਂ। ਲਗਾਤਾਰ ਉੱਥੇ ਜਿਹੜਾ ਹੈਗਾ ਵੱਧ ਸਕਦਾ ਕਰੋਨਾ ਨਹੀਂ ਅਸੀਂ ਸੈਨੀਟਾਈਜ਼ਰ ਰੱਖਿਆ ਹੋਇਆ ਸੀ। ਨਹੀਂ ਉਹ ਜਿਹੜੇ ਤੁਹਾਡੇ ਏਟੀਐਮ ਤੇ ਯੂਜ਼ ਕਰਨ ਆ ਰਹੇ ਲੋਕ, ਉਹ ਤਾਂ ਕਹਿੰਦੇ ਕੋਈ ਵੀ ਏਟੀਐਮ ਤੇ ਕੋਈ ਵੀ ਸਰ ਅਸੀਂ ਰੱਖਿਆ ਸੀਗਾ, ਹੁਣ ਕੋਈ ਸ਼ਰਾਰਤੀ ਤੱਤਵ ਲੈ ਜਾਵੇ ਤਾਂ ਕਹਿ ਨਹੀਂ ਸਕਦੇ। ਮੁਲਾਜ਼ਮ ਨਹੀਂ ਤੈਨਾਤ ਕੀਤੇ ਗਏ ਏਟੀਐਮ ਮੁਲਾਜ਼ਮ ਤੈਨਾਤ ਨਹੀਂ। ਅੱਛਾ ਤੇ ਫਿਰ ਸਰ ਉਹਦੀ ਕਿੱਦਾਂ ਪ੍ਰੀਕਾਸ਼ਨ ਲੈ ਰਹੇ, ਕਿਉਂਕਿ ਏਟੀਐਮ ਤਾਂ ਬਹੁਤ ਲੋਕ ਯੂਜ਼ ਕਰਦੇ, ਅੱਗੇ ਤੋਂ ਅੱਗੇ ਟੱਚ ਹੁੰਦਾ ਹੈ। ਅਸੀਂ ਦੁਬਾਰਾ ਸੈਨੀਟਾਈਜ਼ਰ ਹੋਰ ਰੱਖ ਦਿੰਦੇ। ਜ਼ਿਕਰੇ ਖਾਸ ਹੈ ਕਿ ਜਦ ਇਸ ਵੱਡੀ ਲਾਪਰਵਾਹੀ ਸੰਬੰਧੀ ਐਸਡੀਐਮ ਰੂਪਨਗਰ ਹਰਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਏਟੀਐਮ ਤੇ ਸੈਨੀਟਾਈਜ਼ਰ ਉਪਲਬਧ ਕਰਵਾਉਣ ਸੰਬੰਧੀ ਬੈਂਕਾਂ ਨੂੰ ਹਿਦਾਇਤ ਕੀਤੀ ਜਾਵੇਗੀ। ਜੇ ਯੂਜ਼ ਕਰਦੀ ਪਬਲਿਕ ਉੱਥੇ ਕਿਤੇ ਕੋਈ ਵੀ ਜਿਹੜਾ ਹੈਗਾ ਸੈਨੀਟਾਈਜ਼ਰ ਨਹੀਂ ਆ, ਉਹ ਲੋਕਾਂ ਦਾ ਕਹਿਣਾ ਕਿ ਉੱਥੇ ਬਹੁਤ ਜਿਹੜਾ ਹੈਗਾ ਵੱਡੇ ਪੱਧਰ ਤੇ ਫੈਲ ਸਕਦਾ, ਲੋਕ ਟੱਚ ਕਰਦੇ ਆ, ਉਹਦੇ ਵਾਸਤੇ ਕੀ ਹਦਾਇਤ ਕਰਨਾ ਚਾਹੁੰਦੇ ਹੋ ਬੈਂਕਾਂ ਨੂੰ ਤਾਂ ਕਿ ਜਿਹੜਾ ਹੈਗਾ ਇਸ ਤੋਂ ਇਸ ਬਾਰੇ ਬੈਂਕਸ ਨੂੰ ਹਦਾਇਤ ਕਰ ਦਿੱਤੀ ਜਾਏਗੀ ਜੀ, ਪਰੰਤੂ ਇਹ ਪਬਲਿਕ ਨੂੰ ਵੀ ਇਹਦੇ ਬਾਰੇ ਸੁਚੇਤ ਹੋਣ ਦੀ ਜ਼ਰੂਰਤ ਹੈਗੀ ਹੈ ਤੇ ਉਹ ਵੀ ਥੋੜਾ ਇਹਤਿਆਤਨ ਹੀ ਵਰਤੋਂ ਕਰਨ ਜੀ ਉਸ ਚੀਜ਼ ਏਟੀਐਮ ਵਰਤਣ ਸਮੇਂ ਕੀ ਜਿਹੜੀ ਸਾਵਧਾਨੀਆਂ ਵਰਤਣ, ਥੋੜੇ ਲੋਕਾਂ ਨੂੰ ਅਪੀਲ ਕਰੋ ਦੱਸ ਦਿਓ ਜੀ। ਗਲਵਸ ਪਾਏ ਜਾ ਸਕਦੇ ਨੇ, ਸੈਨੀਟਾਈਜ਼ਰ ਯੂਜ਼ ਕੀਤਾ ਜਾ ਸਕਦਾ ਹੈ ਯੂਜ਼ ਕਰਨ ਤੋਂ ਪਹਿਲਾਂ, ਚਾਹੇ ਉਹ ਸੈਨੀਟਾਈਜੇਸ਼ਨ ਸਾਡੇ ਸਰਕਾਰੀ ਤੌਰ ਤੇ ਵੀ ਕਰਵਾਈ ਜਾ ਰਹੀ ਹੈਗੀ ਹੈ, ਪਰੰਤੂ ਕਈ ਵਾਰੀ ਅਗਰ ਕੋਈ ਸੈਨੀਟਾਈਜੇਸ਼ਨ ਰਹਿ ਗਈ ਹੈ ਤਾਂ ਐਕਸਟਰਾ ਕੌਸ਼ਨ ਦੇ ਤੌਰ ਦੇ ਉੱਤੇ ਬੰਦਾ ਜਿਹੜਾ ਹੈਗਾ ਖੁਦ ਉਹ ਬਟਨਸ ਵਗੈਰਾ ਨੂੰ ਸੈਨੀਟਾਈਜ਼ ਕਰਕੇ ਤੇ ਉੱਥੇ ਉਹ ਯੂਜ਼। ਸੋ ਦੇਖਿਆ ਤੁਸੀਂ ਕਿਸ ਤਰ੍ਹਾਂ ਤੁਸੀਂ ਅਣਜਾਣੇ ਵਿੱਚ ਏਟੀਐਮ ਦੀ ਵਰਤੋਂ ਕਰਕੇ ਕਰੋਨਾ ਦੇ ਸ਼ਿਕਾਰ ਹੋ ਸਕਦੇ ਹੋ। ਇਸ ਲਈ ਸਾਵਧਾਨ ਰਹੋ ਅਤੇ ਏਟੀਐਮ ਦੀ ਵਰਤੋਂ ਕਰਨ ਲਈ ਜਦੋਂ ਘਰ ਤੋਂ ਨਿਕਲੋ ਤਾਂ ਹੱਥਾਂ ਤੇ ਰਬੜ ਦੇ ਦਸਤਾਨੇ ਜਾਂ ਕੋਲ ਸੈਨੀਟਾਈਜ਼ਰ ਦੀ ਬੋਤਲ ਜ਼ਰੂਰ ਰੱਖੋ। ਰੂਪਨਗਰ ਤੋਂ ਸੱਜਣ ਸੈਣੀ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ ਦਾ ਟੀਵੀ NRI।